I am actually into politics by default. मैं कोई बहुत politics ਨੂੰ career as a interest लेके नहीं शुरुआत ਕੀਤੀ ਸੀਗੀ। ਅੱਜ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ he was education minister ਪੰਜਾਬ ਉਹ ਅੱਜ ਨਹੀਂ ਇਸ ਦੁਨੀਆ ਦੇ ਵਿੱਚ। When I was about to finish my education in about 1985 ਤੋਂ ਪੰਜਾਬ ਜਿਹੜਾ ਸੀਗਾ ਉਹ ਬੜਾ ਜੂਝ ਰਿਹਾ ਸੀ with militancy, with lots of issue based agitations. My father was one of the prominent Akali leaders along with Jathedar Gurcharan Singh Toda and Mr. Prakash Singh Badal and others. ਤਾਂ ਉਦੋਂ ਡਿਟੈਂਸ਼ਨਸ ਬਹੁਤ ਹੁੰਦੀਆਂ ਸੀਗੀਆਂ, ਪੋਲੀਟੀਕਲ ਡਿਟੈਂਸ਼ਨਸ। ਨੈਸ਼ਨਲ ਸਿਕਿਉਰਿਟੀ ਐਕਟ ਸੀਗਾ ਗਵਰਨਮੈਂਟ ਆਫ ਇੰਡੀਆ ਦੇ ਕੋਲ, ਉਹ ਵਿਦਆਊਟ ਅਸਾਈਨਿੰਗ ਐਨੀ ਰੀਜ਼ਨ ਦੇ ਕੁਡ ਡਿਟੇਨ ਯੂ ਫॉर ਐਗਜ਼ੈਕਟਲੀ 365 ਡੇਜ਼। ਦਰਬਾਰ ਸਾਹਿਬ ਤੇ ਹਮਲਾ ਜਿਹੜਾ ਸੀ ਆਪਰੇਸ਼ਨ ਬਲੂ ਸਟਾਰ ਹੋ ਕੇ ਹਟਿਆ ਸੀਗਾ, ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਤਾਂ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਸੀ ਆਫ ਐਂਡ ਔਨ। ਆਈ ਵਾਸ ਦੀ ਓਨਲੀ ਸਨ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਨੂੰ ਉੱਥੇ ਜਿਹੜਾ ਸਾਡਾ ਨੇਟਿਵ ਪਿੰਡ ਹੈਗਾ ਰਾਮਗੜ੍ਹ, ਮੇਰਾ ਜ਼ਿਲ੍ਹਾ ਕਪੂਰਥਲਾ 'ਚ, ਉਹ ਮੈਂ ਉਹਨਾਂ ਦੀ ਗੈਰ ਹਾਜ਼ਰੀ 'ਚ ਪ੍ਰੈਜ਼ੈਂਟ ਹੁੰਦਾ ਜਿਹੜੀ ਕੌਂਸਟੀਟੂਐਂਸੀ ਦੇ ਉਹਨਾਂ ਦੇ ਕੇਡਰ ਸੀਗਾ ਜਾਂ ਪੰਜਾਬ 'ਚੋਂ ਲੋਕੀ ਉਹਨਾਂ ਨੂੰ ਮਿਲਣ ਆਉਂਦੇ ਸੀ, ਮੈਂ ਉਹਨਾਂ ਦੇ ਨਾਲ ਹੌਲੀ ਇਨਗਲਫ ਹੁੰਦਾ ਗਿਆ। By the time I realized I had become a part and parcel of that small political circle. ਉਸ ਤੋਂ ਬਾਅਦ ਮੇਰੇ ਕੋਲ ਆਪਸ਼ਨ ਸੀਗੀ to pursue whatever I wanted to do, but then crisis ਹੋਰ ਵੱਧਦਾ ਗਿਆ। ਮੇਰੇ ਪਿਤਾ ਜੀ ਤਾਂ ਅਕਾਲੀ ਦਲ ਸੀਗੇ, ਬੜੀ ਸਟਰੋਂਗ, ਬੜੇ ਮਤਲਬ ਹਾਰਡਕੋਰ ਅਕਾਲੀ ਸੀਗੇ, ਤਾਂ ਕੁਝ ਹਾਲਾਤਾਂ ਦੇ ਕਰਕੇ ਉਹਨਾਂ ਦਾ ਜਿਹੜੇ ਹੁਣ ਇੱਥੇ ਇਸ ਵਕਤ ਅਕਾਲੀ ਦਲ ਚਲਾ ਰਹੇ ਉਹਨਾਂ ਨਾਲ ਅਣਬਣ ਹੋ ਗਈ। He decided to call it off. ਉਹਨਾਂ ਨੇ ਕਿਹਾ ਕਿ ਮੈਂ ਸੁਖਪਾਲ ਆਪਣਾ ਜੋ ਕਰਨਾ ਸੀ ਜ਼ਿੰਦਗੀ 'ਚ ਮੈਂ ਕਰ ਲਿਆ ਵਾ, ਹੁਣ ਤੇਰੀ ਮਰਜ਼ੀ ਆ ਕਿ ਤੂੰ ਕੀ ਪਰਸੂ ਕਰਨਾ ਚਾਹੁੰਦਾ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰਾ ਤਾਂ ਤਜਰਬਾ ਜਿਹੜਾ ਸੀਗਾ, ਬਿਕੋਜ਼ ਇਹ ਜਿਹੜੀ ਪਾਰਟੀ ਬਹੁਤ ਅੱਛੀ ਆ, ਅਕਾਲੀ ਦਲ ਬਹੁਤ ਅੱਛੀ ਪਾਰਟੀ ਆ, ਪੰਜਾਬ ਦੀ ਮੋਸਟ ਗਲੋਰੀਅਸ ਪਾਰਟੀ, ਬਹੁਤ ਲੋਕਾਂ ਨੇ ਸਟਰਗਲ ਕੀਤਾ, ਪਰ ਜਦੋਂ ਕੋਈ ਪਾਰਟੀਜ਼ ਰੀਜਨਲ ਪਾਰਟੀਜ਼ ਕਿਸੇ ਇੱਕ ਪਰਿਵਾਰ ਦੇ ਹੱਥ ਵਿੱਚ ਆ ਜਾਣ, ਫਿਰ ਉੱਥੇ ਜਿਹੜੇ ਮੈਰੀਟੋਰੀਅਸ ਕੈਂਡੀਡੇਟਸ ਹੁੰਦੇ ਉਹਨਾਂ ਦਾ ਬਹੁਤਾ ਕੋਈ ਸਕੋਪ ਨਹੀਂ ਬਚਦਾ। ਉਹਨਾਂ ਨੇ ਆਪਣਾ ਤਜਰਬਾ ਦਿੱਤਾ। ਆਈ ਜੁਆਇਨਡ ਦ ਕਾਂਗਰਸ ਵਿਚ ਵਾਜ਼ ਐਬਸੋਲੂਟਲੀ ਕੀ ਕਹਿੰਦੇ ਹੁੰਦੇ 360 ਡਿਗਰੀਜ਼ ਘੁਮਾ ਕੇ ਸਾਡੀ ਆਈਡੀਓਲੋਜੀ ਉਲਟ ਜਾ ਕੇ। ਮੈਂ ਪਹਿਲੀ ਇਲੈਕਸ਼ਨ ਲੜਿਆ, ਜਿਹੜੇ ਹੁਣ SGPC ਪ੍ਰੈਜ਼ੀਡੈਂਟ ਰਹੇ ਨੇ ਬੀਬੀ ਜਗੀਰ ਕੌਰ, ਆਈ ਲੋਸਟ ਵੈਰੀ ਬੈਡਲੀ। ਮੈਂ ਬੜਾ ਡਿਸਹਾਰਟਨ ਜਿਹਾ ਹੋਇਆ, ਮੈਂ ਯੰਗ ਹੀ ਸੀਗਾ ਉਦੋਂ, ਮੈਂ ਬੜਾ ਡਿਸਹਾਰਟਨ ਜਿਹਾ ਹੋਇਆ ਵੀ ਇਹ ਕੀ ਹੋਇਆ। ਇਟ ਵਾਜ਼ ਵੈਰੀ ਸ਼ੌਕਿੰਗ, ਪਰ ਸਮਹਾਉ ਜਿੱਦਾਂ ਕਹਿੰਦੇ ਹੁੰਦੇ ਕਿ ਕੁਦਰਤ ਨੇ ਕੋਈ ਇੱਦਾਂ ਦਾ ਰਾਹ ਬਣਾਇਆ ਹੋਇਆ ਸੀਗਾ। ਮੈਂ ਫਿਰ ਲੜਿਆ 2002 ਦੇ ਵਿੱਚ, ਸਰਕਾਰ ਤਾਂ ਕਾਂਗਰਸ ਦੀ ਬਣੀ, ਮੈਂ ਫਿਰ ਹਾਰ ਗਿਆ। ਅਗੇਨ ਆਈ ਵਾਜ਼ ਸ਼ੈਟਰਡ। 2007 ਵਿੱਚ ਸਾਡੀ ਸਾਰੀ ਪਾਰਟੀ ਹਾਰ ਗਈ ਤੇ ਮੈਂ ਜਿੱਤ ਗਿਆ 2007 'ਚ। ਦੈਟਸ ਹਾਊ ਆਈ ਬਿਕੇਮ ਫਸਟ ਟਾਈਮ MLA ਐਂਡ ਨਾਓ ਆਈ ਐਮ ਥਰਡ ਟਾਈਮ MLA। ਪਰ ਕਈ ਵਾਰੀ ਕਿਤੇ ਹੁੰਦੇ ਸਟਾਰਸ ਇੱਦਾਂ ਦੇ ਹੁੰਦੇ ਕਿ ਜਦ ਵੀ ਮੈਂ ਜਿੱਤਦਾ ਉਦੋਂ ਕਾਂਗਰਸ ਹਾਰ ਜਾਂਦੀ ਆ। ਆਨਰੇਬਲ ਲੇਡੀਜ਼, ਜੈਂਟਲਮੈਨ, ਸਟੂਡੈਂਟਸ ਅਤੇ ਹੋਰ ਤੁਸੀਂ ਜਿੰਨੇ ਵੀ ਇਸ ਗੁਰੂ ਨਾਨਕ ਭਵਨ ਹਾਲ ਵਿੱਚ ਇਕੱਤਰ ਹੋ, ਸਭ ਤੋਂ ਪਹਿਲਾਂ ਮੈਂ ਆਰਗੇਨਾਈਜ਼ਰਸ ਦਾ, ਇਨੀਸ਼ੀਏਟਿਵਸ ਆਫ ਚੇਂਜ, ਜਿਨ੍ਹਾਂ ਨੇ ਐਫਰਟ ਕੀਤਾ ਆਪਾਂ ਸਭ ਨੂੰ ਇੱਥੇ ਰੂਬਰੂ ਕੀਤਾ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਇਹ ਮੈਨੂੰ ਮਿਲੇ ਸੀ ਚੰਦ ਦਿਨ ਪਹਿਲਾਂ ਜਦੋਂ ਮੱਤੇਵਾੜਾ ਫੋਰੈਸਟ ਦਾ ਇਸ਼ੂ ਉੱਠਿਆ ਸੀ ਪੰਜਾਬ 'ਚ। ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ এনवायरमेंटलिस्ट ਨੇ, ਜਿਹੜੇ ਲੋਕ ਆਬੋ ਹਵਾ ਨਾਲ, ਧਰਤੀ ਨਾਲ, ਪਾਣੀ ਨਾਲ ਪਿਆਰ ਕਰਦੇ ਨੇ, ਉਹ ਇਸ ਜੰਗਲ ਨੂੰ ਤੇ ਸਤਲੁਜ ਦਰਿਆ ਨੂੰ ਬਚਾਉਣਾ ਚਾਹੁੰਦੇ ਸੀ। ਇਹਨਾਂ ਦੀ ਸਾਰੀ ਟੀਮ ਮੈਨੂੰ ਉੱਥੇ, ਬੱਚੇ ਜਿਹਦੇ 'ਚ ਲੜਕੀਆਂ ਵੀ ਸੀਗੀਆਂ, ਬਹੁਤ ਅੱਛਾ ਐਫਰਟ ਕਰ ਰਹੇ ਨੇ, ਬਹੁਤ ਕੁਝ ਸੁਸਾਇਟੀ ਵਾਸਤੇ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਜਦੋਂ ਇੱਥੇ ਪਹੁੰਚਿਆ ਤਾਂ ਮੈਨੂੰ ਮੇਰੇ ਸਾਹਮਣੇ ਕੋਈ ਰੋਡ ਮੈਪ ਨਹੀਂ ਗਾ ਜਾਂ ਮੈਂ ਕੀ ਕਹਿਣਾ, ਕੋਈ ਮੈਨੂੰ ਸੈੱਟ ਏਜੰਡਾ ਨਹੀਂ ਦਿੱਤਾ ਗਿਆ। ਲੇਕਿਨ ਇੱਕ ਗੱਲ ਇਹਨਾਂ ਨੇ ਕਹੀ ਕਿ ਕਿਉਂਕਿ ਮੈਂ ਪੋਲੀਟਿਕਸ ਨਾਲ ਤਾਲੁਕ ਰੱਖਦਾ ਤਾਂ ਥੋੜ੍ਹਾ ਪੰਜਾਬ ਦੀ ਇਸ ਵਕਤ ਕੀ ਹਾਲਾਤ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ, ਜੋ ਗਰਾਊਂਡ ਰਿਐਲਿਟੀ ਹੈ ਉਹਦੇ ਬਾਰੇ ਮੈਂ ਆਪਣੇ ਜਿੰਨੀ ਮੇਰੀ ਵਾਕਫੀਅਤ ਆ ਓਵਰ ਦ ਈਅਰਸ, ਉਹ ਮੈਂ ਤੁਹਾਨੂੰ ਉਹਦੇ 'ਤੇ ਚਾਨਣਾ ਪਾਊਂਗਾ। ਸਿਮਰਨਜੋਤ ਮੱਕੜ ਜਦੋਂ ਮੈਂ ਆ ਰਿਹਾ ਸੀ ਬੋਲ ਰਹੇ ਸੀਗੇ, ਮੇਰੇ ਬਹੁਤ ਅਜ਼ੀਜ਼ ਸਤਿਕਾਰਯੋਗ ਵੀਰ ਨੇ ਐਂਡ ਅ ਗੁੱਡ ਜਰਨਲਿਸਟ। ਚੰਦ ਸ਼ਬਦ ਮੈਂ ਪਹਿਲਾਂ ਆਪਣੇ ਬਾਰੇ ਦੱਸਦਾ ਕਿਉਂਕਿ ਸ਼ਾਇਦ ਸਾਰੇ ਨਹੀਂ ਜਾਣਦੇ ਹੁੰਦੇ। ਆਈ ਐਮ ਐਕਚੁਅਲੀ ਇਨਟੂ ਪੋਲੀਟਿਕਸ ਬਾਈ ਡਿਫਾਲਟ। ਮੈਂ ਕੋਈ ਬਹੁਤ ਪੋਲੀਟਿਕਸ ਨੂੰ ਕਰੀਅਰ ਐਜ਼ ਅ ਇੰਟਰਸਟ ਲੈ ਕੇ ਨਹੀਂ ਸ਼ੁਰੂਆਤ ਕੀਤੀ ਸੀਗੀ। ਅੱਜ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਹੀ ਵਾਜ਼ ਐਜੂਕੇਸ਼ਨ ਮਿਨਿਸਟਰ ਪੰਜਾਬ,
वो अज नहीं इस दुनिया दे विच। When I was about to finish my education in about 1985, उदों पंजाब जिहड़ा सीगा वो बड़ा जूझ रहा सी with militancy, with lots of issue-based agitations, and my father was one of the prominent Akali leaders, along with Jathedar Gurcharan Singh Toda and Mr. Prakash Singh Badal and others. तो उदों डिटेंशनस बहुत होंदियां सीगियां, political detentions. National Security Act सीगा गवर्नमेंट ऑफ इंडिया दे कोल, वो without assigning any reason they could detain you for exactly 365 days, एक साल। तो मेरे ऑपरेशन दरबार साहब ते हमला जिहड़ा सी ऑपरेशन ब्लू स्टार होके हटिया सीगा, काफ़ी क्रिटिकल सिचुएशन सी, तो उन्हां नूं डिटेन किया जाता सी ऑफ एंड ऑन। आई वॉज दी ओनली सन, उन्हां दी गैर हाज़री विच मैनूं उत्थे जिहड़ा साडा नेटिव पिंड हैगा रामगढ़, मेरा जिला कपूरथला नैक्सट टू जलंधर, आई हैड टू बी प्रेजेंट। वो मैं उन्हां दी गैर हाज़री च प्रेजेंट हुंदा जिहड़ी कॉन्स्टिट्यूएंसी दे उन्हां दे केडर सीगा या पंजाब चों लोकी उन्हां नूं मिलण आउंदे सी, मैं उन्हां दे नाल हौली 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 इनगल्फ हुंदा गया। एंड बाय द टाइम आई रियलाइज्ड I had become a part and parcel of that small political circle. उस तो बाद मेरे को ऑप्शन सीगी to pursue whatever I wanted to do, but then crisis होर वधदा गया, and to cut the story short, 1997 च मेरे पिताजी दा अकाली दल सीगे बड़ी स्ट्रॉन्ग, बड़े मतलब हार्डकोर अकाली सीगे, तो कुछ हालातों के करके उन्होंने जिहड़े हुण इत्थे इस वक्त अकाली दल चला रहे उन्होंने अनबन हो गई। ही डिसाइडेड टू कॉल इट ऑफ। उन्होंने कहा कि मैं सुखपाल अपना जो करना सी जिंदगी च मैं कर लिया वा, हुण तेरी मर्जी आ कि तू की परस्यू करना चाहना। हुण क्योंकि आई वॉज एक्चुअली इन इट, तो उन्होंने मैनूं कहा कि मेरा तो तजर्बा जिहड़ा सीगा, बिकॉज ये जिहड़ी पार्टी बहुत अच्छी है, अकाली दल बहुत अच्छी पार्टी है, पंजाब की मोस्ट ग्लोरीअस पार्टी, बहुत लोगों ने स्ट्रगल किया, पर जो कोई पार्टीज रीजनल पार्टीज किसी एक परिवार के हथ में आ जान, फिर उत्थे जिहड़े मैरिटोरीअस कैंडीडेट्स होंदे उन्हां दा बहुता कोई स्कोप नहीं बचता। उन्होंने अपना तजर्बा दिता। आई जॉइंड द कांग्रेस विच वॉज एब्सोल्यूटली की कहते होंगे 360 डिग्रीज घुमा के साडी आइडियोलॉजी उल्ट जाके। मैं पहली इलैक्शन लड़िया जिहड़े हुण SGPC प्रेजिडेंट रहे ने बीबी जगीर कौर, आई लॉस्ट वेरी बैडली। मैं बड़ा डिसहार्टन जो होया, मैं यंग ही सीगा उदों, मैं बड़ा डिसहार्टन जो होया भी की होया, इट वॉज वेरी शॉकिंग। पर सम हो जिद्दां कहंदे हुंदे कि कुदरत ने कोई इदां दा राह बनाया होया सीगा। मैं फिर लड़िया 2002 दे विच, सरकार तो कांग्रेस ही बन गई, मैं फिर हार गया। अगेन आई वॉज शैटर्ड, बट मेरे पेरेंट्स ने कहा कि हुण आपां सिंस वी हैव चोजन दिस वे, यू बेटर फाइट इट आउट, and this small quote which applies on everybody, when there is a will there is a way. I kept on struggling. ते 2007 ਵਿੱਚ ਸਾਡੀ ਸਾਰੀ ਪਾਰਟੀ ਹਾਰ ਗਈ ਤੇ ਮੈਂ ਜਿੱਤ ਗਿਆ 2007 ਚ। That's how I became first time MLA and now I am third time MLA। ਪਰ ਕਈ ਵਾਰੀ ਕਿੱਦਾਂ ਹੁੰਦੇ ਸਟਾਰਸ ਇਦਾਂ ਦੇ ਹੁੰਦੇ ਕਿ ਜਦ ਵੀ ਮੈਂ ਜਿੱਤਦਾ ਉਦੋਂ ਕਾਂਗਰਸ ਹਾਰ ਜਾਂਦੀ ਆ, ਤਾਂ ਮੈਂ ਆਪੋਜੀਸ਼ਨ ਵਿੱਚ ਹੀ ਰਿਹਾ ਵਾਂ। ਪਿਛਲੇ 25 ਸਾਲ ਤੋਂ I have been struggling and struggling for our state and struggling for the rights of the state. So ਹੁਣ ਪੰਜਾਬ ਜਿਹੜਾ ਇਸ ਵਕਤ ਆ, ਮੈਂ 85 ਜਦੋਂ ਸ਼ੁਰੂਆਤ ਕੀਤੀ, ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ, ਇਹਦੇ ਤੇ ਕੋਈ ਕਰਜ਼ਾ ਨਹੀਂ ਸੀਗਾ। ਜਿਹਦੇ ਕਰਜ਼ੇ ਦੀ ਹੁਣ ਆਪਾਂ ਰੋਜ਼ ਗੱਲ ਸੁਣਦੇ ਆ ਕਿ ਜੌਬਸ ਹੈ ਨਹੀਂ ਗੀਆਂ, ਸੜਕਾਂ ਨਹੀਂ ਬਣ ਰਹੀਆਂ, ਮਤਲਬ ਹੋਰ ਇਨਫਰਾਸਟ੍ਰਕਚਰਲ ਬਿਲਡਿੰਗ ਨਹੀਂ ਹੋ ਰਹੀ, ਉਦੋਂ ਕੁਛ ਨਹੀਂ ਸੀਗਾ। ਇਹ ਜੋ ਕੁਛ ਆਪਣੇ ਤੇ ਕਰਜ਼ਾ ਚੜਿਆ ਹੁਣ ਇਸ ਵੇਲੇ ਤਕਰੀਬਨ ਅਪਰੋਕਸੀਮੇਟਲੀ ਰਾਉਂਡ ਫਿਗਰ ਕਰ ਦੇਣਾ 3 ਲੱਖ ਕਰੋੜ ਦਾ ਕਰਜ਼ਾ ਵਾ। ਲਾ ਲਓ ਤੁਸੀਂ 35 ਸਾਲਾਂ 'ਚ, ਹੁਣ ਤੁਸੀਂ ਕਿਸੇ ਨੂੰ ਵੀ ਬਲੇਮ ਕਰ ਦਿਓ, ਨਲਾਇਕ ਪੋਲੀਟੀਕਲ ਲੀਡਰਸ਼ਿਪ ਕਹਿ ਲਓ, ਨਲਾਇਕ ਬਿਊਰੋਕ੍ਰੇਸੀ ਕਹਿ ਲਓ, ਨਲਾਇਕ ਸਿਸਟਮ ਕਹਿ ਲਓ, ਅੱਜ ਆਪਾਂ ਪੌਣੇ 3 ਲੱਖ ਕਰੋੜ ਦੇ ਕਰਜ਼ੇ ਤੇ ਖੜੇ। ਇਸ ਕਰਜ਼ੇ ਨੂੰ ਸਰਵਿਸ ਕਰਨ ਵਾਸਤੇ ਜਿਹੜਾ ਡੈਟ ਆ, ਇਹਦਾ ਅਪਰੋਕਸੀਮੇਟਲੀ ਸਾਡਾ 25,000 ਕਰੋੜ ਰੁਪਇਆ ਦਾ ਸਾਲ ਦਾ ਇੰਟਰਸਟ ਵਿੱਚ ਜਾ ਰਿਹਾ ਵਾ। 25,000 ਕਰੋੜ। ਪਿੰਡ ਸਾਡੇ ਕੋਲ ਪੰਜਾਬ ਦੇ ਵਿੱਚ 13,500 ਪਿੰਡ ਆ ਤਕਰੀਬਨ ਮੋਟੇ ਤੌਰ ਤੇ। अगर असी कर्जा ना देना हुंदा, कल्ला व्याज ही ना देना हुंदा, हर पिंड नूं असी 1 करोड़ 2 करोड़ रुपया साल का डेवलपमेंट पर्पसेस लिए दे सकते। साडे स्कूल बहुत अच्छे होने सीगे, टीचर्स वुड हैव बीन कंप्लीटली देयर, हेल्थ सिस्टम वुड हैव बीन परफेक्ट,
क्योंकि परफेक्ट सीगा 1985 च। मैं तुहानूं गवाही दे रहा उस, और मेरे नाल दे कुछ बैठे होणगे इस हॉल विच, सारे टीचर्स अच्छे सी, स्कूल अच्छे सी, रूरल डिस्पेंसरीज पिंडां दे विच मेरे अपने पेरेंट्स सारा अपना इलाज जिहड़ा सीगा वो गवर्नमेंट हॉस्पिटल तो करवाउंदे सी। देयर वाज हार्डली एनी प्राइवेट हॉस्पिटल एट दैट पॉइंट ऑफ टाइम सीगे। लेकिन हुण जिद्दां कमर्शियल शॉप्स बन गईयां, एजुकेशन एंड हैल्थ केयर हैव बिकम कमर्शलाइज्ड, उदों इदां कुछ नहीं सीगा। तो अज असीं इस सब तो जिहड़ा नुकसान हो रहा ना, ਜਿਹੜੀਆਂ कुछ पार्टियां नारे दिंदियां कि ਅਸੀਂ ਐਂ ਕਰਦੇ ਹਾਂ, दे कैन नॉट डू। ਤੁਸੀਂ ਆਪਣੇ ਘਰ ਵਿੱਚ ਜੇ ਤੁਹਾਡੇ ਕੋਲ ਪੈਸਾ ਨਹੀਂਗਾ, ਕੀ ਤੁਸੀਂ ਆਪਣੇ ਘਰ ਨੂੰ ਚਲਾ ਸਕਦੇ ਹੋ? ਨਹੀਂ ਚਲਾ ਸਕਦੇ। ਇਹੀ ਸਾਡੀ ਸਿਚੁਏਸ਼ਨ ਹੈ। ਔਰ ਜਿਹੜਾ ਸਾਡਾ ਬਜਟ ਹੈ, ਮੈਂ ਕੋਈ ਇਕਨੋਮਿਸਟ ਨਹੀਂਗਾ, ਲੇਕਿਨ ਮੈਂ ਟਰਾਈ ਟੂ ਅੰਡਰਸਟੈਂਡ ਐਵਰੀਥਿੰਗ। ਸਾਡਾ ਇਸ ਜਿਹੜਾ ਕਰੰਟ ਬਜਟ ਸੀਗਾ ਇਹ 1,55,000 ਕਰੋੜ ਰੁਪਏ ਦਾ ਬਜਟ ਹੈ। ਦੇਖਣ ਨੂੰ ਬਹੁਤ ਵੱਡਾ ਲੱਗਦਾ ਕਿ 1.5 ਲੱਖ ਕਰੋੜ ਰੁਪਏ ਦਾ ਬਜਟ ਹੈ ਜੀ, ਪੰਜਾਬ ਤਾਂ ਬੜੀ ਤਰੱਕੀ ਦੇ ਉੱਤੇ ਆ, ਲੇਕਿਨ ਉਹਦੇ ਚੋਂ 80-90% ਕਮਿਟਡ ਐਕਸਪੈਂਡੀਚਰ ਹੈ। ਤਨਖਾਹਾਂ ਚਲੇ ਜਾਂਦੀਆਂ ਨੇ, ਪੈਨਸ਼ਨਸ ਚਲੇ ਜਾਂਦੀਆਂ ਨੇ, ਆ ਕਰਜ਼ੇ ਦੀ ਅਦਾਇਗੀ ਦਾ ਵਿਆਜ ਚਲੇ ਜਾਂਦਾ ਵਾ। ਜਿਹੜਾ ਅਸੀਂ ਮੁਫਤਖੋਰੀ ਦੀ ਪੋਲਿਟਿਕਸ ਚਲਾਈ ਹੈ ਇੰਡੀਆ ਦੇ ਵਿੱਚ, ਦੌੜ ਲੱਗੀ ਹੋਈ ਹੈ ਸਾਰੀ। ਇਹ ਅਗਰ ਇੱਕ ਪਾਰਟੀ ਕੋਈ ਲੈਟ ਸੇ 1000 ਰੁਪਇਆ ਕਹਿੰਦੀ, ਉਹ ਦੂਜਾ ਕਹਿੰਦਾ 2000 ਕਰ ਦੂੰਗਾ, ਅਗਲਾ ਕਹਿੰਦਾ 3000 ਕਰ ਦੂੰਗਾ। ਜਿੰਨਾ ਅਸੀਂ ਸਬਸਿਡੀ ਦੇ ਰਹੇ ਹਾਂ ਉਹਦਾ ਬਹੁਤ ਵੱਡਾ ਹਿੱਸਾ, ਜਸਟ ਲੈਟ ਮੀ ਟੈਲ ਯੂ, ਕੱਲੇ ਪਾਵਰ ਸੈਕਟਰ ਦੇ ਵਿੱਚ ਅਸੀਂ 10,000 ਕਰੋੜ ਰੁਪਇਆ ਸਬਸਿਡੀ ਦੇ ਰਹੇ ਹਾਂ। ਕਿਉਂਕਿ ਜੇ ਆਪਾਂ ਨੂੰ ਕੋਈ ਚੀਜ਼ ਫ੍ਰੀ ਮਿਲ ਰਹੀ ਆ ਤੇ ਉਸ ਅਦਾਰੇ PSPCL ਨੂੰ ਤਾਂ ਅਸੀਂ ਪੈਸੇ ਪੇਮੈਂਟ ਕਰਾਂਗੇ ਤਾਂ ਹੀ ਚਲਾਊਗਾ ਨਾ ਉਹ। ਸੋ ਇਹ ਸਬਸਿਡੀਜ਼ ਵਿੱਚ ਚਲੇ ਜਾਂਦਾ। ਫਿਰ ਜਿਹੜੀਆਂ ਸਾਡੀਆਂ ਸਟੇਟ ਲੈਵਲ ਅੰਡਰਟੇਕਿੰਗਸ ਨੇ, ਕਾਰਪੋਰੇਸ਼ਨ ਤੇ ਬੋਰਡ ਜਿਹੜਾ ਤੁਸੀਂ ਸੁਣਦੇ ਹੋ, ਮਾਰਕਫੈਡ ਹੈ, ਪਨਸਪ ਹੈ, ਪੰਜਾਬ ਐਗਰੋ ਹੈ, ਇਹ 50 ਦੇ ਕਰੀਬ ਸਟੇਟ ਅੰਡਰਟੇਕਿੰਗਸ ਆ ਜਿਹੜੀਆਂ ਕੰਪਲੀਟਲੀ ਸੈਟਡ ਆ। ਸਾਡੇ ਆਫਸਰਸ ਵਿਦ ਡਿਊ ਰਿਗਾਰਡਸ ਆਈ ਵਾਂਟ ਟੂ ਸੇ, ਸਾਰਿਆਂ ਦੇ ਘਰਾਂ ਵਿੱਚ ਲੈਟਸ ਸੇ ਕੋਈ ਮਾਰਕਫੈਡ ਦਾ ਅਫਸਰ ਲੱਗ ਗਿਆ, ਕੋਈ MD, ਉਹ ਪਹਿਲਾਂ ਆਪਣੇ ਘਰ ਵਿੱਚ 2-3 ਗੱਡੀਆਂ ਮੰਗਵਾਉਂਦਾ, ਉੱਥੋਂ 3-4 ਨੌਕਰ ਕੱਢਦਾ ਵਾ ਮਾਰਕਫੈਡ ਚੋਂ ਕਿ ਮੇਰੇ ਪਰਸਨਲ ਕੰਮ ਹੋਣਗੇ। ਸਾਰੇ ਕਾਰਪੋਰੇਸ਼ਨ ਤੇ ਬੋਰਡ ਇਹ ਲਗਭਗ ਇਹਨਾਂ ਦਾ ਜਿਹੜਾ ਟੋਟਲ ਡੈਟ ਫੈਕਟਰ, ਕਿਉਂਕਿ ਪੰਜਾਬ ਗਵਰਨਮੈਂਟ ਨੇ ਇਸ ਦੀ ਜਿਹੜੀ ਗਾਰੰਟੀ ਆ, ਕੋਲੈਟਰਲ ਕਹਿ ਲਓ ਜਾਂ ਵਾਟਐਵਰ ਸਿਕਿਉਰਿਟੀ ਅਸੀਂ ਦਿੱਤੀ ਹੋਈ ਆ। ਸੋ ਜਿੱਥੇ ਆਣ ਕੇ ਸਭ ਤੋਂ ਜ਼ਿਆਦਾ ਮੁਸ਼ਕਿਲ ਪੇਸ਼ ਆ ਰਹੀ ਆ ਉਹ ਪੰਜਾਬ ਨੂੰ, ਉਹ ਪੈਸੇ ਤੋਂ ਆ ਰਹੀ ਹੈ। ਐਂਡ ਪੈਸਾ can be earned. We can earn a lot of revenue from many other sources, but we cannot, because number one, Punjab is a landlocked state. ਆਪਾਂ ਇੰਡੀਆ ਦੇ ਇੱਕ ਕੋਨੇ ਤੇ ਆ। We have no port. Dry ports ਕਹਿ ਰਹੇ ਨੇ, ਲੇਕਿਨ they are not that effective. ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗੀ, ਜਿਹਦੇ ਕਰਕੇ ਅਸੀਂ ਇੱਕ ਕੋਨੇ ਤੇ ਹੋਣ ਕੇ ਅਸੀਂ ਇੰਡਸਟਰੀ 'ਚ ਕੰਪੀਟ ਨਹੀਂ ਕਰ ਸਕੇ। ਪੰਜਾਬ 'ਚ ਇੰਡਸਟਰੀ ਹੈ। The only industry which can thrive the state is agro-based industry. ਅਸੀਂ ਜੇ ਚਾਹੀਏ ਆਪਣੇ ਸਟੇਟ ਦੇ ਵਿੱਚ ਅਗਰ ਡਿਫਰੈਂਟ ਜ਼ੋਨਸ ਵਿੱਚ ਪੰਜਾਬ ਨੂੰ ਵੰਡੀਏ, ਹਰ ਤਰ੍ਹਾਂ ਦੀ ਫਸਲ ਉਗਾ ਸਕਦੇ ਹਾਂ। ਸਾਡਾ ਵੈਦਰ, ਸਾਡੀ ਸੋਇਲ ਇਜ਼ ਐਜ਼ ਗੁੱਡ ਐਜ਼ ਕੈਲੀਫੋਰਨੀਆ, ਲੇਕਿਨ ਕਿਸੇ ਨੇ ਫੋਕਸ ਹੀ ਨਹੀਂ ਕੀਤਾ, ਬਿਕੋਜ਼ ਪੋਲੀਟੀਕਲ ਮਾਈਂਡ ਜਿਹੜਾ ਨਾ, ਅਸੀਂ ਥੋੜਾ ਸਾਰਾ ਕੁਝ ਜਾਣਦੇ ਹਾਂ, ਕਿਸੇ ਚੀਜ਼ ਪਰਫੈਕਟ ਨਹੀਂਗੇ। ਸੋ ਕਿਸੇ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਨੂੰ ਅਸੀਂ ਇਸ ਡੈਟ ਫੈਕਟਰ ਚੋਂ ਕੱਢਣਾ ਵਾ, ਐਗਰੀਕਲਚਰ ਨੂੰ ਪ੍ਰਮੋਟ ਕਰਨਾ, ਕਿਉਂਕਿ 60-70% ਇਕਨੋਮੀ ਸਾਡੀ ਐਗਰੇਰੀਅਨ ਹੈ, ਐਗਰੀਕਲਚਰ ਤੇ ਡਿਪੈਂਡੈਂਟ ਹੈ। ਇੰਡਸਟਰੀ ਹੈਗੀ ਆ, ਜਿੱਦਾਂ ਤੁਸੀਂ ਲੁਧਿਆਣੇ 'ਚ ਬੈਠੇ ਹੋ, ਲੇਕਿਨ ਬਹੁਤ ਥੋੜੀ ਹੈ ਕੰਪੇਅਰ ਟੂ ਦ ਰੈਸਟ ਆਫ ਦ ਕੰਟਰੀ, ਬਿਕੋਜ਼ ਰॉ ਮਟੀਰੀਅਲ ਵੀ ਬਾਹਰੋਂ ਆਉਣਾ, ਮੈਨੂਫੈਕਚਰਡ ਜਿਹੜਾ ਫਾਈਨਲ ਗੁੱਡਸ ਬਣੀਆਂ ਉਹ ਵੀ ਬਾਹਰ ਜਾਣੀਆਂ ਨੇ। ਇੱਕੋ ਹੀ ਕਾਰਨ ਨਾਲ ਪੰਜਾਬ ਬਚ ਸਕਦਾ ਸੀਗਾ, ਲੇਕਿਨ ਉਹ ਹੋ ਨਹੀਂ ਪਾ ਰਿਹਾ। ਅਗਰ ਸਾਡਾ ਟ੍ਰੇਡ ਦਾ ਜਿਹੜਾ ਰੂਟ ਸੀਗਾ ਬਾਰਡਰ ਪਾਕਿਸਤਾਨ ਦੇ ਨਾਲ ਖੁੱਲ੍ਹਾ ਹੁੰਦਾ, ਇਹ ਪੁਰਾਣਾ ਰੂਟ ਹੈ, ਇੱਥੇ ਇਸ ਨੂੰ ਸਿਲਕ ਰੂਟ ਕਹਿੰਦੇ ਸੀ ਕਿਸੇ ਵੇਲੇ, ਜਦੋਂ ਪ੍ਰੀ ਇੰਡੀਪੈਂਡੈਂਸ ਐਂਡ ਲੌਂਗ ਟਾਈਮ ਬੈਕ, ਇਵਨ ਵੈਨ ਦ ਮੁਗਲਸ ਵਰ ਇਨਵੇਡਿੰਗ ਇੰਡੀਆ, ਆਪਣਾ ਸਾਰਾ ਜਿਹੜਾ ਰੂਟ ਸੀਗਾ, ਇਹ ਮਾਰਕੀਟ ਏਡੀ ਵੱਡੀ ਆ ਉੱਧਰ ਨੂੰ, ਬਿਕੋਜ਼ ਲੁਧਿਆਣੇ ਤੋਂ ਦਿੱਲੀ ਕਿਤੇ ਹੀ ਦੂਰ ਹੈ, ਲਾਹੌਰ ਐਂਡ ਅਦਰ ਪਾਰਟਸ ਜਿਹੜੇ ਹੈਗੇ ਨੇ ਬਹੁਤ ਸਾਨੂੰ ਨਜ਼ਦੀਕ ਆ। ਅਗਰ ਇਹ ਰੂਟ ਖੁੱਲ੍ਹਾ ਹੁੰਦਾ ਤਾਂ ਫਿਰ ਸਾਡੇ ਕੋਲ ਬਹੁਤ ਵੱਡੀ ਮਾਰਕੀਟ ਹੈ। ਪਾਕਿਸਤਾਨ, ਅਫਗਾਨਿਸਤਾਨ, ਐਂਟਾਇਰ ਸੈਂਟਰਲ ਏਸ਼ੀਆ, all these countries which are very cold, like Azerbaijan, Uzbekistan, right up till Russia, ਉੱਥੇ ਕੁਛ ਨਹੀਂ ਹੋ ਰਿਹਾ, ਦਾਣਾ ਨਹੀਂ ਹੁੰਦਾ, ਕੋਈ ਦੁੱਧ ਨਹੀਂ ਹੁੰਦਾ। ਇੱਧਰ ਆਪਣੇ ਲਾਗੇ ਮਿਡਲ ਈਸਟ ਆ, ਪਰ ਕਿਸੇ ਨੇ ਕੋਈ ਐਫਰਟ ਨਹੀਂ ਕੀਤਾ, ਤੇ ਅਸੀਂ ਇਸ ਕਰਕੇ ਐਗਰੀਕਲਚਰ ਨੂੰ ਪ੍ਰਮੋਟ ਨਹੀਂ ਕਰ ਸਕੇ। ਇੰਡਸਟਰੀ ਅਸੀਂ ਬਹੁਤੀ ਵਧਾ ਨਹੀਂ ਸਕੇ, ਕਿਉਂਕਿ ਅਸੀਂ ਇੱਕ ਪਾਸੇ ਬੈਠੇ ਹਾਂ, ਸਾਡੇ ਕੋਲ ਕੋਈ ਸਮੁੰਦਰ ਨਹੀਂ ਹੈ, ਕੁਛ ਨਹੀਂ ਹੈਗਾ। ਵੀ ਕੈਨੋਟ ਕੰਪੀਟ ਵਿਦ ਸਟੇਟਸ ਲਾਈਕ ਗੁਜਰਾਤ, Maharashtra and others who have these facilities. Plus, unfortunately, Punjab became one of the most corrupt states. ਸਾਰਿਆਂ ਨੂੰ ਜਿਹੜੇ ਇੱਥੇ ਰਾਜ ਕਰਨ ਆਉਂਦੇ ਨੇ, ਜਿਹੜੇ ਅਫਸਰ ਵੀ ਬਣਦੇ ਨੇ, ਡਿਊ ਰਿਗਾਰਡਸ, ਦੇਖੋ ਪੋਲੀਟੀਕਲ ਬੰਦਿਆਂ ਨੂੰ ਤਾਂ ਗਾਲ ਕੱਢਣੀ ਬਹੁਤ ਸੌਖੀ, ਕਿਉਂਕਿ ਅਸੀਂ ਨਜ਼ਰ ਆਉਣੇ ਤੁਹਾਨੂੰ ਰੋਜ਼ ਅਖਬਾਰਾਂ 'ਚ ਨਜ਼ਰ ਆਉਂਦੇ ਨੇ, ਤੁਹਾਨੂੰ ਪੋਲੀਟੀਕਲ ਪਾਰਟੀਆਂ ਦੇ ਬੰਦੇ TV 'ਚ ਦੇਖੋਗੇ, ਉੱਥੇ ਨਜ਼ਰ। ਤੁਹਾਡੇ 'ਚੋਂ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਪੰਜਾਬ ਦਾ ਐਗਰੀਕਲਚਰ ਸੈਕਟਰੀ ਕੌਣ ਹੈ,
ਹੀ ਇਜ਼ ਇਕੁਅਲੀ ਰਿਸਪੌਂਸਿਬਲ। ਅਗਰ ਐਗਰੀਕਲਚਰ ਫੇਲ ਹੋ ਰਿਹਾ, ਤੁਹਾਨੂੰ ਪਤਾ ਨਹੀਂ ਹੋਣਾ ਇੰਡਸਟਰੀ ਦਾ ਸੈਕਟਰੀ ਕੌਣ ਹੈ। ਅਗਰ ਇੰਡਸਟਰੀ ਫਲॉप ਹੋ ਰਹੀ ਪੰਜਾਬ, ਹੀ ਇਜ਼ ਰਿਸਪੌਂਸਿਬਲ, ਕਿਉਂਕਿ ਉਹ ਤਾਂ ਬੈਠੇ ਨੇ। ਅਸੀਂ ਤਾਂ ਬਦਲ ਕੇ ਚਲੇ ਗਏ, 5 ਸਾਲ ਚਲੇ ਗਏ। ਦੇ ਆਰ देयर ਫॉर द ਲਾਸਟ 25-30 years. They should have been implementing the policies effectively, fairly, guiding the politicians. लेकिन सब दे दिल विच बेईमानी आ गई कि छेती अमीर बन जाइए। ये सारा छेती अमीर बनने के चक्कर विच, वैसे तो इंडिया इज ruined at this point of time। तुहानूं पता है इस बजट विच राज्य सभा दे विच एक मैंबर नूं जवाब दिता गवर्नमेंट ने कि पिछले 5 साल, यू विल बी सरप्राइज्ड, पिछले 5 सालों विच अपनी केंद्र की सरकार ने, गवर्नमेंट ऑफ इंडिया ने कॉरपोरेट्स नूं कितना कर्जा माफ किया वा? 10 लाख करोड़ रुपया। एंड दिस इज टू पीपल हु आर वेरी पावरफुल। आई वुडंट हेजिटेट टू नेम लाइक अडानीज एंड दी अंबानीज। एक घर का ये कह के राइट ऑफ करता जी, ये बैड डेट हो गया, ये NPA हो गए इन्हां दे अकाउंट्स। एक परिवार का 10-10 हज़ार करोड़ रुपया गवर्नमेंट ने माफ किया वा। इन द लास्ट 5 years 10 लाख करोड़ रुपीज वेव्ड ऑफ। तुसीं कल परसों देखा होना, कॉरपोरेट टैक्स भी घटाया उन्होंने बहुत। तो हुण लेट्स कम बैक टू एग्रीकल्चर। पंजाब दे विच 11 लाख एग्रीकल्चर फैमिलीज है, 11 लाख यूनिट्स ने। ऑलमोस्ट उन्होंने चो 95% करजे च ने। ਉਹਦਾ ਕਿਸੇ ਦਾ ਕਰਜ਼ੇ ਬਾਰੇ ਨਹੀਂ ਸੋਚਿਆ। ਔਰ ਸਾਡੇ ਤੋਂ ਥੱਲੇ, ਕਿਸਾਨਾਂ ਤੋਂ ਥੱਲੇ ਇੱਕ ਹੋਰ ਵਰਗ ਹੈਗਾ, ਦੈਟ ਇਜ਼ ਫਾਰਮ ਲੇਬਰਰਸ। ਉਹਨਾਂ ਦਾ ਕਰਜ਼ਾ ਵਿਚਾਰਿਆਂ ਦਾ ਕਿਸੇ ਦਾ 25,000 ਹੈ, ਕਿਸੇ ਦਾ 50,000 ਹੈ, ਕੋਈ 75,000 ਹੈ। ਦੇ ਆਰ ਅਨਏਬਲ ਟੂ ਮੇਕ ਟੂ ਐਂਡਸ ਮੀਟ ਬਿਕੋਜ਼ ਆਮਦਨ ਕੋਈ ਨਹੀਂ ਹੈਗੀ ਉਹਨਾਂ ਦੇ ਕੋਲ। ਇਹ 11 ਲੱਖ ਪਰਿਵਾਰ ਦਾ ਜਾਂ ਜਿਹੜੇ ਫਾਰਮ ਲੇਬਰਰਸ ਨੇ, ਖੇਤ ਮਜ਼ਦੂਰ, ਇਹਦਾ ਕਰਜ਼ਾ ਕਦੀ ਕਿਸੇ ਗਵਰਨਮੈਂਟ ਨੇ ਮਾਫ ਨਹੀਂ ਕਰਨਾ। ਐਂਡ ਰੇਟ ਆਫ ਇੰਟਰਸਟ, जो रेट ऑफ इंटरस्ट बैंक्स से रिजर्व बैंक ऑफ इंडिया ऑर्डर कर दिंदा, जो इंडस्ट्री लिए लग रहा वा, वही रेट ऑफ इंटरस्ट एग्रीकल्चर नूं लाई जांदे ने। किद्दां सर्वाइव कर सकदा इंडस्ट्री? ਉਹਦੀ रिटर्न बहुत अच्छी है, उन्होंने 8-10-11% ਤੇ ਤੁਸੀਂ ਵਿਆਜ ਤੇ ਪੈਸਾ ਲਾ ਸਕਦੇ ਹੋ। ਖੇਤੀ ਵਿੱਚ ਤਾਂ ਇੰਨੀ ਆਮਦਨੀ ਹੈ ਨਹੀਂਗੀ। ਕੋਈ ਦੁਨੀਆ ਦਾ ਦੇਸ਼ ਨਹੀਂ ਜਿਹੜਾ ਖੇਤੀ ਨੂੰ ਆਪਣੇ ਕੋਲੋਂ ਮਦਦ ਕਰਕੇ ਸਰਵਾਈਵ ਨਹੀਂ ਕਰਾਉਂਦਾ। ਅਮਰੀਕਾ ਦੇ ਵਿੱਚ ਰੇਟ ਆਫ ਇੰਟਰਸਟ ਫॉर ਐਗਰੀਕਲਚਰ ਇਜ਼ ਬੇਅਰਲੀ 2.5%। ਸਾਰਾ ਉਹਨਾਂ ਦਾ ਜਿਹੜਾ ਖਰਚਾ ਚੱਕਦੀਆਂ ਸਰਕਾਰਾਂ, ਤਾਂ ਖੇਤੀ ਬਚਦੀ ਆ। ਪੰਜਾਬ ਜਦ ਤੱਕ ਐਗਰੀਕਲਚਰ ਤੇ ਫੋਕਸ ਨਹੀਂ ਕਰੇਗੀ, और इंडस्ट्री पे फोकस करना बहुत जरूरी है, बट दैन इट हैज़ टू बी प्राइमरीली मोर एग्रो बेस्ड इंडस्ट्री। अपने घरों के हुण तुसीं फ्रूट्स खाने हो, एवोकैडो जिहड़ा आ रहा फ्रूट कितना महंगा लैके आने आपां, मैनूं तां एग्जैक्ट रेट नहीं पता, मैनूं लगदा 1000 रुपए किलो होना, मे बी आई एम रॉन्ग। या जिहड़े होर अच्छे ऑलिव दा ऑयल खाने आ, बहुत सारे घरों के आपां नूं दस्सिया गया वा कि ऑलिव ऑयल, हालांकि देसी घिओ का मुकाबला नहींगा, बट एनीवेज आपां नूं प्रचार करता कि कोलेस्ट्रॉल हो गया जी, हार्ट इशूज़ आ गए आ, ऑलिव ऑयल खाओ। वो सानू किसी ने मार्केट करता, असीं खाण लग गए। ऑलिव्स पंजाब दे विच पैदा किए जा सकते हैं। वाई शुड वी हैव बीन इंपोर्टिंग? वी आर इंपोर्टिंग सीरीयल्स, वी आर इंपोर्टिंग एवरीथिंग। दालां सारियां बाहरों आ रही ने साडियां। पंजाब वर्गी स्टेट, और मैनूं हुणे पिछे पार्टी ने बनाया ऑल इंडिया कांग्रेस का ना फार्मर्स विंग का प्रेजिडेंट सारी कंट्री का। मैं उत्थे कहा वा कि इंडिया इज सच अ वर्सटाइल कंट्री। आपां तां पंजाब की गल करते हैं, तुसीं देखो जाके कितना लैंड मास हैगा मध्य प्रदेश दे विच, कितना लैंड मास है राजस्थान दे विच, डाउन साउथ तक इन्ना पानी आ साडे कोल, इन्नियां रिवर्स ने अच्छियां, इन्ना अच्छा कैनाल इरीगेशन सिस्टम बिल्ड किया जा सकता। तो 60-70% जिहड़े पिंडां 'च उन्होंने वेले किया होया, उन्होंने करज़ई बनाया होया वा, वो सारे मर रहे ने। अगर इस वर्कफोर्स नूं 50-60-70% नूं वर्कफोर्स नूं यूटिलाइज किया जाए, इंडिया कैन मेक वेरी वेरी इफेक्टिव एंड टैंजिबल प्रोग्रेस। वी हैव मेड प्रोग्रेस, नॉट दैट आई एम कंडेमनिंग एवरीथिंग, वी हैव, बट इट्स मोर अर्बनाइज्ड। शहरों के ही सब कुछ, पिंडों के लोग भी शहरों में भज रहे हैं सारे। तुहाडे लुधियाने के पेरीफेरी के उत्ते सारे जिहड़े पिंडों के लोग बैठे जमा होए हुए हैं, बिकॉज पिंडों एवेन्यूज़ ही कोई नहीं गया, एजुकेशन नहीं प्रोवाइड अच्छी कर सके, हेल्थ केयर नहीं कर सके, दूजा होर कोई माड़ा मोटा कोई एंटरटेनमेंट का कुछ नहीं गा। वेयर एज इफ यू गो टू द वेस्टर्न वर्ल्ड, उन्होंने पिंड ज़्यादा अच्छे ने। पीपल लव टू लिव इन द कंट्री साइड, क्योंकि उत्थे सारियां फैसिलिटीज़ ने, एंड इट्स अवे फ्रॉम ऑल दिस रश ऑफ द सिटीज़। सो मैं बहुत कुछ होर तुहानूं कह सकदा, लेकिन समा मेरे ख्याल इजाजत नहीं दिंदा। मैनूं कह रहे सी 10 मिनट लाने। सो आई थिंक आई हैव मैनी अदर थिंग्स टू से, बट तुसीं तुहाडे चों ज़्यादा मैनूं बच्चे नज़र आ रहे हैं, अगर लग रहा है मैं देख क्राउड स्टूडेंट्स। तो तुहानूं एक मैं ना एडवाइस दिंदा, पॉलिटिक्स च ना जाओ छेती दे के, सब तो रद्दी काम है। ਉਹਦਾ ਕਾਰਨ ਸੁਣ ਲਓ। ਜੇ ਤਾਂ ਹੁੰਦੇ ਨਾ ਆਪਾਂ ਕਿਸੇ ਡੀਸੈਂਟ ਕੰਟਰੀ ਦੇ ਵਿੱਚ ਰਹਿੰਦੇ, then your qualities, your ਜਿਹੜੇ ਤੁਹਾਡੇ ਗੁਣ ਨੇ,
ਉਹ ਤੁਹਾਨੂੰ ਆਟੋਮੈਟਿਕਲੀ ਅੱਗੇ ਲੈ ਜਾਂਦੇ ਨੇ। ਉੱਥੇ ਸਿਸਟਮ ਇਦਾਂ ਦਾ ਬਣਿਆ ਹੋਇਆ। ਸਾਡੇ ਜਿਹੜੇ ਪੋਲਿਟਿਕਸ ਦਾ ਸਿਸਟਮ ਉਲਟਾ ਵਾ। ਜਿਹੜੇ ਤੁਹਾਡੇ ਗੁਣ ਨੇ, ਜਿਹੜੇ ਤੁਹਾਡੇ 'ਚ ਅੱਛੇ ਕੋਈ ਸਕਿੱਲਸ ਆ, ਲੈਟਸ ਸੇ ਇਫ ਯੂ ਆਰ ਅ ਗੁੱਡ ਓਰੇਟਰ, ਇਫ ਯੂ ਹੈਵ ਅ ਗੁੱਡ ਪਰਸਨੈਲਿਟੀ, ਇਫ ਯੂ ਕੈਨ ਲਾਈਕ, ਇਫ ਯੂ ਆਰ ਬੋਲਡ, ਇਫ ਯੂ ਆਰ ਲਾਈਕ ਫੇਅਰਲੈਸ, ਇਹ ਸਾਰੇ ਅਵਗੁਣ ਬਣ ਗਏ ਇੰਡੀਆ ਦੀ ਪੋਲਿਟਿਕਸ। ਪਹਿਲਾਂ ਉਹਨੂੰ ਕੁੱਟਦੇ ਨੇ, ਕਹਿੰਦੇ ਇਹਨੂੰ ਬੰਦਾ ਬਣਾਓ, ਜਰਾ ਉਹਨੂੰ ਥੱਲੇ ਬਿਠਾਓ, ਇਹ ਕਿੱਥੋਂ ਆ ਗਿਆ ਵਿੱਚ। ਸਾਰੇ ਲੀਡਰਸ, ਸਾਰੀਆਂ ਪੋਲੀਟੀਕਲ ਪਾਰਟੀਜ਼ ਯੈਸ ਮੈਨ ਚਾਹੁੰਦੀਆਂ ਨੇ ਇੱਥੇ। ਦੇ ਡੂ ਨਾਟ ਵਾਂਟ ਬ੍ਰੇਨਸ, ਦੇ ਡੂ ਨਾਟ ਵਾਂਟ ਇੰਟੈਲੀਜੈਂਟ ਪੀਪਲ, ਦੇ ਜਸਟ ਵਾਂਟ ਯੈਸ ਮੈਨ। ਜੇ ਤੁਹਾਡੇ ਚੋਂ ਯੈਸ ਮੈਨ ਕਰਨ ਵਾਲੇ ਤਿਆਰ ਹੈਗੇ, ਫਿਰ ਬਹੁਤ ਹੀ ਵਧੀਆ ਰੂਟ ਹੈਗਾ ਵਾ। ਫਿਰ ਛੇਤੀ ਤੁਸੀਂ ਐਮਐਲਏ ਬਣ ਜਾਓਗੇ, ਛੇਤੀ ਮੰਤਰੀ ਬਣ ਜਾਓਗੇ। ਪਰ ਜਿਹੜਾ ਅਸਲ ਰਾਹ ਹੈਗਾ ਵਾ, ਜੇ ਤੁਸੀਂ ਸੈਲਫ ਰਿਸਪੈਕਟ ਮੇਨਟੇਨ ਕਰਨੀ ਆ, ਤੇ ਫਿਰ ਰਾਹ ਬਹੁਤ ਔਖਾ ਵਾ। ਸ਼ਾਰਟਕਟ ਹੈਗਾ ਵਾ ਪੈਸੇ ਵਾਲਾ, ਖੁਸ਼ਾਮਦ ਵਾਲਾ, ਗੋਡੇ ਫੜ ਲਓ ਜਾ ਕੇ, ਛੱਡੋ ਹੀ ਨਾ ਗੋਡੇ ਉਨੀ ਦੇਰ। ਮੈਂ ਕਈ ਵਾਰੀ ਦੇਖਿਆ, ਮਾਫ ਕਰਨਾ, ਡੋਂਟ ਮਾਈਂਡ ਇਟ, ਚੰਗੇ ਚਿੱਟੀ ਦਾੜੀਆਂ ਵਾਲੇ ਸਾਡੇ ਸਤਿਕਾਰਯੋਗ ਵੱਡੇ ਬੰਦੇ ਆਪਣੀ ਤੋਂ ਛੋਟੀ ਉਮਰ ਦੇ ਬੰਦਿਆਂ ਦੇ ਗੋਡੀਆਂ ਹੱਥ ਲਾਉਂਦੇ। ਆਈ ਕੈਨ ਨਾਟ ਡੂ ਇਟ, ਆਈ ਜਸਟ ਕੁਡ ਨਾਟ ਡੂ ਇਟ ਐਵਰ। ਜਾਂ ਪੈਸਾ ਚਾਹੀਦਾ ਵਾ, ਸਾਰਾ ਪੈਸੇ ਨਾਲ ਸਿਸਟਮ ਘੁੰਮ ਰਿਹਾ ਵਾ। ਪੈਸਾ ਲਿਆਓ, ਇੱਕ ਲੀਡਰ ਨੂੰ ਇੱਕ ਦੋ ਬੰਦਿਆਂ ਨੂੰ ਗੋਡਫਾਦਰ ਬਣਾਓ, ਪੈਸਾ ਖਰਚੋ, ਯੂ ਵਿਲ ਰਾਈਜ਼ ਵੈਰੀ ਕੁਇਕਲੀ। ਸਾਰਾ ਅੱਗੇ ਮਿਨਿਸਟਰ ਵੀ ਬਣ ਜਾਂਦੇ ਨੇ, ਅੱਗੇ ਤੋਂ ਵੀ ਅੱਗੇ ਚੱਲ ਜਾਂਦੇ ਨੇ। ਮੈਂ ਤਾਂ ਤੁਹਾਨੂੰ ਆਪਣਾ ਤਜਰਬਾ ਦੇਖਿਆ, ਮੈਂ ਤਾਂ 25 ਸਾਲ ਦਾ ਆਲਦੋ ਲੋਕਾਂ ਨੇ ਮੇਰੀ ਰਿਸਪੈਕਟ ਬਹੁਤ ਕੀਤੀ ਆ। ਰੀਸੈਂਟਲੀ ਮੇਰੇ ਤੇ ਪਿੱਛੇ 2021 ਚ ਈਡੀ ਨੇ ਰੇਡ ਕਰਤਾ। ਆਈ ਹੈਵ ਨਥਿੰਗ ਟੂ ਡੂ ਵਿਦ, ਆਈ ਐਮ ਨਾਟ ਅ ਬਿਜ਼ਨਸਮੈਨ ਐਟ ਆਲ, ਬਟ ਬਿਕੋਜ਼ ਮੈਂ ਵਿਸਲ ਬਲੋਅਰ ਵੀ ਆ ਨਾਲ। ਆਈ ਟੇਕ ਅਪ ਇਸ਼ੂਜ਼ ਲਾਈਕ ਮੱਤੇਵਾੜਾ, ਯੂਆਪਾ ਦਾ ਲਾਅ ਫਾਈਟ ਕੀਤਾ, NIA ਦੇ ਖਿਲਾਫ ਫਾਈਟ ਕੀਤਾ, ਫਾਰਮਰਜ਼ ਐਜੀਟੇਸ਼ਨ ਫਾਈਟ ਕੀਤਾ। ਨਵਰੀਤ ਡਿਬਡਿਬਾ ਮਰ ਗਿਆ ਸੀਗਾ ਇੱਕ ਬੱਚਾ ਫਾਰਮਰਜ਼ ਐਜੀਟੇਸ਼ਨ ਵਿੱਚ ਰੁਦਰਪੁਰ ਦਾ। ਆਈ ਫੌਟ ਹਿਸ ਕੇਸ, ਆਈ ਕੇਮ ਔਨ ਦ ਰੇਡਾਰ ਆਫ ਦ ਗਵਰਨਮੈਂਟ ਕਿ ਇਹ ਬੰਦਾ ਕੌਣ ਹੈ, ਇਹ ਤਾਂ ਬੜਾ ਜ਼ਿਆਦਾ ਸਿਰ ਚੱਕ ਰਿਹਾ ਵਾ। ਉਹਨਾਂ ਨੇ ਮੇਰੇ ਮਗਰ ਈਡੀ ਚੜਾਤੀ, ਈਡੀ ਨੇ ਮੇਰੇ ਘਰ ਰੇਡ ਕਰਤਾ। ਪਿਛਲੇ ਮਾਰਚ ਵਿੱਚ ਰੇਡ ਕੀਤਾ, ਉਦੋਂ ਕੁਛ ਨਹੀਂ ਕਿਹਾ, ਮੈਨੂੰ ਬੁਲਾਉਣ ਲੱਗ ਗਏ ਫॉर ਇਨਵੈਸਟੀਗੇਸ਼ਨਸ ਐਟਸੈਟਰਾ। ਆਈ ਜੁਆਇਨਡ ਐਵਰੀਥਿੰਗ। ਉਧਰੋਂ ਇਲੈਕਸ਼ਨ ਆ ਗਈ ਨਵੰਬਰ ਦੇ ਵਿੱਚ, ਦਸੰਬਰ 2022 ਚ ਆਪਣੀ ਇਲੈਕਸ਼ਨ ਹੋ ਕੇ ਹਟੀ ਆ। ਉਧਰ ਮੈਨੂੰ ਨਵੰਬਰ ਵਿੱਚ ਬੁਲਾ ਕੇ ਉਹਨਾਂ ਨੇ ਅਰੈਸਟ ਕਰਤਾ। ਹੁਣ ਮੇਰੇ ਕੋਲ ਦੋ ਰਾਹ ਸੀ, ਜਾਂ ਤਾਂ ਮੈਂ ਮਿੰਨਤ ਕੱਢ ਦਿੰਦਾ ਉਹਨਾਂ ਦੀ ਕਿ ਮੈਨੂੰ ਦਿਓ ਮਾਫੀ, ਤੁਸੀਂ ਜੋ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਡਾਟਡ ਲਾਈਨਸ ਤੇ ਸਾਈਨ ਕਰਨ ਲਈ ਤਿਆਰ ਹੈਗਾ। ਆਈ ਵਿਲ ਵਿਡਰਾਅ ਵਾਟ ਆਈ ਐਮ ਡੂਇੰਗ ਇਨ ਲਾਈਫ, ਬਟ ਆਈ ਡਿਡ ਨਾਟ ਡੂ ਦੈਟ ਬਿਕੋਜ਼ ਮੇਰੀ ਕੌਨਸ਼ੀਅਸ ਅਲਾਉ ਨਹੀਂ ਮੈਨੂੰ ਕਰਦੀ। ਐਂਡ ਆਈ ਸਟੂਡ ਮਾਈ ਗਰਾਊਂਡ। ਫਿਰ ਮੈਂ ਉੱਥੇ ਆ ਰਿਹਾ, ਹੁਣ ਲੋਕਾਂ ਦੇ ਆ ਰਿਹਾ। ਜਨਤਾ ਜਨਾਰਦਨ ਬਹੁਤ ਅੱਛੀ ਆ, ਇੱਕ ਨਾ ਕਰੀਮੀ ਲੇਅਰ ਖਰਾਬ ਕਰ ਰਹੀ ਸਾਰੇ ਦੇਸ਼ ਨੂੰ, ਸਾਰੇ ਸਿਸਟਮ ਨੂੰ। ਮੈਜੋਰਿਟੀ 99.9% ਆਫ ਦ ਪੀਪਲ ਆਰ ਵੈਰੀ ਗੁੱਡ। ਮੈਂ ਜੇਲ੍ਹ 'ਚ ਬੈਠਾ ਸੀਗਾ, ਆਈ ਵਾਜ਼ ਲੌਜਡ ਇਨ ਪਟਿਆਲਾ ਜੇਲ੍ਹ, ਤੇ ਮੈਨੂੰ ਜੇਲ੍ਹ ਵਿੱਚ ਉਧਰੋਂ ਇਲੈਕਸ਼ਨ ਆ ਗਈ, ਪੇਪਰਸ ਫਾਈਲ ਹੋਣਗੇ। ਮੇਰਾ ਬੇਟਾ ਹੀ ਇਜ਼ ਐਨ ਐਡਵੋਕੇਟ, ਉਹਨੇ ਪਿੱਛੋਂ ਮੇਰਾ ਥੋੜਾ ਜਿਹਾ ਗਰਾਊਂਡ ਸੰਭਾਲਿਆ ਜਾ ਕੇ। ਹੀ ਸਟਾਰਟਡ ਡੂਇੰਗ ਐਵਰੀਥਿੰਗ ਔਨ ਮਾਈ ਬਿਹਾਫ ਇਨ ਮਾਈ ਐਬਸੈਂਸ। ਤੇ ਉਧਰੋਂ ਇਲੈਕਸ਼ਨ ਆ ਗਈ ਤੇ ਮੇਰੀ ਬੇਲ ਵੀ ਨਹੀਂ ਹੋ ਰਹੀ ਸੀ ਬਿਕੋਜ਼ ਇਟ ਟੇਕਸ ਟਾਈਮ। ਤੇ ਬਿਲਕੁਲ ਇਲੈਕਸ਼ਨ ਦੇ ਨੇੜੇ ਜਾ ਕੇ ਮੈਨੂੰ ਉਹਨਾਂ ਨੇ ਜਦੋਂ ਬੇਲ ਮਿਲੀ, ਐਵੇਂ ਬਸ ਮੈਂ ਪੇਪਰ ਫਾਈਲ ਕਰਕੇ ਥੋੜਾ ਜਿਹਾ ਐਂ ਨਿਕਲਿਆ। ਪਰ ਪਰਮਾਤਮਾ ਵਾਹਿਗੁਰੂ ਈਸ਼ਵਰ ਦੀ ਕਿਰਪਾ ਦੇ ਨਾਲ ਲੋਕਾਂ ਨੇ ਮੈਨੂੰ ਜੇਲ੍ਹ 'ਚ ਬੈਠੇ MLA ਬਣਾ ਕੇ ਦੁਬਾਰਾ ਭੇਜ ਦਿੱਤਾ, ਤੀਜੀ ਵਾਰੀ ਪੰਜਾਬ ਦੇ ਵਿੱਚ। ਸੋ ਜਿਨ੍ਹਾਂ ਨੇ ਤਾਂ ਪੋਲਿਟਿਕਸ ਜਾਣਾ, ਆ ਮੇਰੇ ਵਾਲਾ, ਉਹ ਤਾਂ ਕੋਈ ਹੋਰ ਕੰਮ ਕਰ ਲਓ, IAS ਬਣ ਜਾਓ, IPS ਬਣ ਜਾਓ, ਇੰਡਸਟਰੀ ਕਰ ਲਓ, ਐਂਟਰਪ੍ਰੈਨਰ ਬਣ ਜਾਓ, PCS ਜੁਆਇਨ ਕਰ ਲਓ। ਦੈਟਸ ਅ ਗੁੱਡ ਲਾਈਫ, ਮੋਰ ਕੰਫਰਟੇਬਲ ਲਾਈਫ। ਬਿਕੋਜ਼ ਜੇ ਤੁਸੀਂ ਜੈਨੂਅਨਲੀ ਲੋਕਾਂ ਦੇ ਹਕੂਕ ਲਈ ਲੜਨਾ, ਫਿਰ ਆਹ ਖਾਸਾ ਵੱਡਾ ਔਖਾ ਹੈਗਾ। ਬਟ ਜਿਹੜੇ ਕਮਿਟਡ ਨੇ ਇਨ ਦ ਮਾਈਂਡ ਕਿ ਅਸੀਂ ਸਟੇਟ ਨੂੰ ਜਾਣਾ, ਉਹਦੇ ਇਸ਼ੂਜ਼ ਲੈ ਕੇ ਆਉਣੇ, ਦੈਨ ਆਫ ਕੋਰਸ ਆਈ ਵਿਲ ਨਾਟ ਡਿਸਕਰੇਜ ਯੂ। ਪਰ ਮੈਂ ਤੁਹਾਨੂੰ ਬਿਲਕੁਲ ਜੈਨੂਅਨ ਪ੍ਰੈਕਟੀਕਲ ਸਿਚੁਏਸ਼ਨ ਆਫ ਪੋਲਿਟਿਕਸ ਜਿਹੜੀ ਆ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਤੁਹਾਡਾ ਸਾਰਿਆਂ ਦਾ ਮੈਂ ਬਹੁਤ ਮਸ਼ਕੂਰ ਹਾਂ, ਧੰਨਵਾਦ ਕਰਦਾ ਆਰਗੇਨਾਈਜ਼ਰਸ ਦਾ ਇੱਕ ਵਾਰ ਫਿਰ। ਐਂਡ ਸੋ ਕੁਐਸਚਨ ਐਂਡ ਆਨਸਰਸ ਤੁਸੀਂ ਆ ਜਾਓ ਪਲੀਜ਼। ਇੱਕ ਵਾਰ ਲੈਟ ਮੀ ਜਸਟ ਫਾਰਮਲੀ ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ